ਹਸਬੈਂਡ ਦੀ ਡੈਥ ਹੋ ਗਈ ਸੀ ਜੀ। ਔਰ ਮੇਰੇ ਸਹੁਰੇ ਪਰਿਵਾਰ ਨੇ ਬਿਲਕੁਲ ਵੀ ਮੇਰਾ ਸਾਥ ਨਹੀਂ ਦਿੱਤਾ ਸੀ। ਉਹਨਾਂ ਨੇ ਸਾਨੂੰ ਕੱਢ ਦਿੱਤਾ ਸੀ ਬਾਹਰ। ਉਸ ਟਾਈਮ ਮੇਰਾ ਬੇਟਾ 5 ਸਾਲ ਦਾ ਸੀ, ਮੇਰੀ ਬੇਟੀ 7 ਸਾਲ ਦੀ ਸੀ। ਉਹਨਾਂ ਨੇ ਮੇਰੇ ਮੰਮੀ ਪਾਪਾ ਨੇ ਮੈਨੂੰ ਹਿੰਮਤ ਤਾਕਤ ਦਿੱਤੀ ਕਿ ਬੇਟਾ ਕੋਈ ਗੱਲ ਨਹੀਂ, ਜ਼ਿੰਦਗੀ ਵਿੱਚ ਹਿੰਮਤ ਨਹੀਂ ਹਾਰਨੀ ਆ, ਆਪਣੇ ਬੱਚਿਆਂ ਨੂੰ ਪਾਲਣਾ, ਆਪਣੇ ਬੱਚਿਆਂ ਨਾਲ ਤੂੰ ਜ਼ਿੰਦਗੀ ਗੁਜ਼ਾਰਨੀ ਹੈ। ਫਿਰ ਮੈਂ ਨੌਕਰੀ ਕਰਨੀ ਸ਼ੁਰੂ ਕੀਤੀ। ਫਿਰ ਮੇਰੇ ਬੱਚੇ ਥੋੜੇ ਸਿਆਣੇ ਹੋ ਗਏ, ਫਿਰ ਇਹਨਾਂ ਨੇ ਥੋੜੀ ਮੇਰੇ ਨਾਲ ਮਿਹਨਤ ਕਰਨੀ ਸ਼ੁਰੂ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਆਪਣਾ ਘਰ-ਬਾਰ ਬਣਾਇਆ। ਮੇਰੇ ਬੱਚਿਆਂ ਨੇ ਮੈਨੂੰ ਕਦੇ ਵੀ ਤੰਗ ਨਹੀਂ ਕੀਤਾ ਸੀ। ਮੇਰੇ ਬੱਚਿਆਂ ਨੂੰ ਹਮੇਸ਼ਾ ਅਗਰ ਮੇਰੇ ਕੋਲ ਨਹੀਂ ਸਬਜ਼ੀ ਵੀ ਹੁੰਦੀ ਸੀ, ਮੈਂ ਕਿਸੇ ਚੀਜ਼ ਦੇ ਨਾਲ, ਦੁੱਧ ਦੇ ਨਾਲ ਵੀ ਇਹਨਾਂ ਨੂੰ ਰੋਟੀ ਦੇ ਦਿੰਦੇ ਸੀ। ਕਦੀ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਸੀ ਕਿ ਮੰਮਾ ਅਸੀਂ ਦੁੱਧ ਦੇ ਨਾਲ ਰੋਟੀ ਨਹੀਂ ਖਾਣੀ, ਅਸੀਂ ਸਬਜ਼ੀ ਦੇ ਨਾਲ ਜੋ ਵੀ ਕੁਝ ਵੀ ਦਿੰਦੀ ਸੀ ਇਹਨਾਂ ਨੂੰ ਖਾ ਲੈਂਦੇ ਸੀ। ਉੱਪਰ ਵਾਲੇ ਦਾ ਸਾਥ ਮੰਗਦੀ ਹਾਂ ਕਿ ਰੱਬਾ ਤੂੰ ਸਾਨੂੰ ਜ਼ਿੰਦਗੀ ਦਿੱਤੀ ਆ, ਸਾਨੂੰ ਸਾਥ ਵੀ ਦੇ। ਬੱਚਿਆਂ ਦੇ ਉੱਤੇ ਕੋਈ ਦੁੱਖ ਮੁਸੀਬਤ ਆਉਂਦਾ ਤੇ ਇੱਕ ਮਾਂ ਹੀ ਆਪਣੇ ਬੱਚਿਆਂ ਦੇ ਪਿੱਛੇ ਭੱਜਦੀ ਹੈ, ਕੋਈ ਦੂਸਰਾ ਨਹੀਂ ਭੱਜਦਾ ਹੈਗਾ। ਜੋ ਦੁੱਖ ਮਾਂ ਨੂੰ ਹੈ ਉਹ ਦੁੱਖ ਕਿਸੇ ਨੂੰ ਨਹੀਂ ਹੁੰਦਾ ਬੱਚਿਆਂ ਦੇ ਪਿੱਛੇ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਈਸ਼ਾ। ਅੱਜ ਤੁਹਾਨੂੰ 55 ਸਾਲਾਂ ਟੀਨਾ ਮੈਮ ਦੇ ਨਾਲ ਮਿਲਵਾਉਣ ਜਾ ਰਹੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦੀ ਕਹਾਣੀ ਆ। ਸ਼ਾਇਦ ਕਿਤੇ ਨਾ ਕਿਤੇ ਤੁਹਾਡੇ ਵੀ ਅੱਖਾਂ ਦੇ ਵਿੱਚ ਅਥਰੂ ਆ ਜਾਣਗੇ। ਜਿਹੜੀ ਉਮਰੇ ਇੱਕ ਔਰਤ ਆ, ਸੁਪਨੇ ਵੇਖਦੀ ਆ ਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਏਗੀ, ਘੁੰਮਣ ਜਾਏਗੀ, ਹੈ ਨਾ, ਉਸ ਦੇ ਲਈ ਕੰਮ ਕਰੇਗੀ। ਲੇਕਿਨ ਉਹ ਉਮਰੇ ਜਦੋਂ ਪਤੀ ਸਾਥ ਛੱਡ ਦਿੰਦਾ ਹੈ, ਜਦੋਂ ਪਤੀ ਦੀ ਡੈਥ ਹੋ ਜਾਂਦੀ ਹੈ, ਉਸ ਤੋਂ ਬਾਅਦ 'ਚ ਸਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਸ ਦੇ ਸਿਰ 'ਤੇ ਆ ਜਾਂਦੀਆਂ ਨੇ, ਬੱਚਿਆਂ ਦੀਆਂ ਜ਼ਿੰਮੇਵਾਰੀਆਂ ਉਸ ਦੇ ਸਿਰ 'ਤੇ ਆ ਜਾਂਦੀਆਂ ਨੇ ਤੇ ਸਾਰੇ ਸੁਪਨੇ ਨੇ ਜਿਹੜੇ ਚਕਨਾਚੂਰ ਹੋ ਜਾਂਦੇ ਨੇ। ਉਸ ਤੋਂ ਬਾਅਦ ਪਤੀ ਦੀ ਮੌਤ ਤੋਂ ਬਾਅਦ ਸਹੁਰਾ ਪਰਿਵਾਰ ਆ ਜਿਹੜਾ ਉਹ ਵੀ ਘਰੋਂ ਕੱਢ ਦਿੰਦਾ ਵਾ, ਤੇ ਫਿਰ ਵੀ ਉਹ ਔਰਤ ਆ ਜਿਹੜੀ ਹਿੰਮਤ ਨਹੀਂ ਹਾਰਦੀ, ਆਪਣੇ ਬੱਚਿਆਂ ਦੇ ਲਈ ਫਿਰ ਤੋਂ ਉੱਠਦੀ ਆ, ਉੱਠ ਕੇ ਆਪਦੇ ਹੌਸਲੇ ਬੁਲੰਦ ਕਰਦੀ ਆ, ਕੰਮ ਕਰਦੀ ਆ, ਸਟਰਗਲ ਕਰਦੀ ਆ, ਸਟਰਗਲ ਕਰਕੇ ਆਪਦੇ ਬੱਚਿਆਂ ਨੂੰ ਇੱਕ ਚੰਗੀ ਜ਼ਿੰਦਗੀ ਦਿੰਦੀ ਆ। ਮਿਲਵਾਉਣ ਜਾ ਰਹੇ ਹਾਂ ਤੁਹਾਨੂੰ ਟੀਨਾ ਦੇ ਨਾਲ ਤੇ ਗੱਲਬਾਤ ਕਰਦੇ ਹਾਂ, ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਸੋ ਇਹਨੇ 55 ਸਾਲ ਦੇ ਉਹ ਮੈਮ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕੀਤਾ। ਗੱਲਬਾਤ ਕਰਦੇ ਆ ਇਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਜੀ, ਹੋਰ ਠੀਕ ਠਾਕ ਹੋ? ਬਿਲਕੁਲ ਠੀਕ ਠਾਕ ਹੈ ਮੈਮ। ਪਹਿਲਾਂ ਤਾਂ ਦੱਸੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਮੇਰੇ ਪਰਿਵਾਰ ਦੇ ਵਿੱਚ ਸਿਰਫ ਇਸ ਟਾਈਮ ਮੈਂ ਔਰ ਮੇਰਾ ਬੇਟਾ ਇਕੱਲੇ ਹੈ ਜੀ। ਮੇਰੀ ਬੇਟੀ ਦੀ ਮੈਰਿਜ ਹੋ ਗਈ, ਉਹ ਵੀ ਮੈਂ ਆਪਣੇ ਸਿਰ ਪਰ ਸਿਰ ਤੇ ਕੀਤੀ ਸੀ। ਕਿਸੇ ਨੇ ਮੇਰਾ ਕੋਈ ਸਾਥ ਨਹੀਂ ਦਿੱਤਾ ਸੀ, ਕੁਝ ਵੀ ਨਹੀਂ ਕੀਤਾ ਸੀਗਾ। ਬਾਕੀ ਸਭ ਕੁਝ ਮੈਂ ਆਪਣੇ ਆਪ ਹੀ ਕੀਤਾ ਸੀ। ਇਸ ਜ਼ਿੰਦਗੀ ਦੇ ਵਿੱਚ ਜੋ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਸਟਰਗਲ ਬਹੁਤ ਕੀਤਾ, ਕਦੋਂ ਤੁਹਾਡਾ ਸਟਰਗਲ ਆ ਜਿਹੜਾ ਇਹ ਸ਼ੁਰੂ ਹੁੰਦਾ ਵਾ? ਮੇਰਾ 2095 ਦੇ ਵਿੱਚ ਸਟਰਗਲ ਜਿਹੜਾ ਸ਼ੁਰੂ ਹੋ ਗਿਆ। ਹਾਂ ਹਾਂਜੀ, 95 ਵਿੱਚ ਸ਼ੁਰੂ ਹੋ ਗਿਆ ਸੀ ਕਿਉਂਕਿ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ ਜੀ। ਔਰ ਮੇਰੇ ਸਹੁਰੇ ਪਰਿਵਾਰ ਨੇ ਬਿਲਕੁਲ ਵੀ ਮੇਰਾ ਸਾਥ ਨਹੀਂ ਦਿੱਤਾ ਸੀ। ਉਹਨਾਂ ਨੇ ਸਾਨੂੰ ਕੱਢ ਦਿੱਤਾ ਸੀ ਬਾਹਰ ਔਰ ਫਿਰ ਬਿਲਕੁਲ ਅਸੀਂ ਰੋਡ ਦਿੱਤੇ ਸੀ। ਕਿੰਨੀ ਉਮਰ ਸੀ ਤੁਹਾਡੇ ਬੱਚਿਆਂ ਦੀ ਉਸ ਟਾਈਮ? ਉਸ ਟਾਈਮ ਮੇਰਾ ਬੇਟਾ 5 ਸਾਲ ਦਾ ਸੀ, ਮੇਰੀ ਬੇਟੀ 7 ਸਾਲ ਦੀ ਸੀ। ਤੁਹਾਡੇ ਸਹੁਰਿਆਂ ਨੂੰ ਉਹ ਦੋ ਛੋਟੇ ਮਾਸੂਮ ਬੱਚਿਆਂ ਤੇ ਵੀ ਤਰਸ ਨਹੀਂ ਆਇਆ ਕਿ ਘਰੋਂ ਕੱਢ ਦਿੱਤਾ? ਬਿਲਕੁਲ ਨਹੀਂ ਤਰਸ ਆਇਆ ਸੀਗਾ। ਫਿਰ ਤੁਸੀਂ ਕਿੱਦਾਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਜਦੋਂ ਤੁਹਾਨੂੰ ਘਰੋਂ ਕੱਢ ਦਿੱਤਾ ਗਿਆ? ਫਿਰ ਮੇਰੇ ਮੰਮੀ ਪਾਪਾ ਨੇ ਮੇਰਾ ਨਾਲ ਸੀਗੇ, ਉਹਨਾਂ ਨੇ ਮੇਰੇ ਮੰਮੀ ਪਾਪਾ ਨੇ ਮੈਨੂੰ ਹਿੰਮਤ ਤਾਕਤ ਦਿੱਤੀ ਕਿ ਬੇਟਾ ਕੋਈ ਗੱਲ ਨਹੀਂ, ਜ਼ਿੰਦਗੀ ਵਿੱਚ ਹਿੰਮਤ ਨਹੀਂ ਹਾਰਨੀ ਆ, ਆਪਣੇ ਬੱਚਿਆਂ ਨੂੰ ਪਾਲਣਾ, ਆਪਣੇ ਬੱਚਿਆਂ ਨਾਲ ਤੂੰ ਜ਼ਿੰਦਗੀ ਗੁਜ਼ਾਰਨੀ ਹੈ। ਫਿਰ ਮੈਂ ਨੌਕਰੀ ਕਰਨੀ ਸ਼ੁਰੂ ਕੀਤੀ। ਨੌਕਰੀ ਕਰਕੇ ਮੈਂ ਪ੍ਰਾਈਵੇਟ ਨੌਕਰੀ ਕਰਦੀ ਸੀ ਇੱਕ ਮੈਡੀਸਨ ਫੈਕਟਰੀ ਦੇ ਵਿੱਚ। ਉਸ ਟਾਈਮ ਮੇਰਾ ਸਿਰਫ 2500 ਰੁਪਇਆ ਮੈਨੂੰ ਤਨਖਾਹ ਮਿਲਦੀ ਸੀ ਜੀ। ਔਰ 2500 ਰੁਪਏ ਦੇ ਵਿੱਚ ਵੀ ਮੈਂ ਆਪਣੇ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਕਰਦੀ ਸੀ। ਮੇਰੇ ਬੱਚਿਆਂ ਨੂੰ ਕੋਈ ਵੀ ਕਮੀ ਨਹੀਂ ਸੀ। ਔਰ ਫਿਰ ਮੈਂ ਮਤਲਬ ਥੋੜੇ ਪੈਸੇ ਜੋੜ ਕੇ ਫਿਰ ਮੈਂ ਆਪਣਾ ਪਲਾਟ ਲਿਆ, ਆਪਣਾ ਪਲਾਟ ਲੈ ਕੇ ਆਪਣਾ ਘਰ ਬਣਾਇਆ। ਫਿਰ ਉਸ ਤੋਂ ਬਾਅਦ ਫਿਰ ਮੇਰੇ ਬੱਚੇ ਥੋੜੇ ਸਿਆਣੇ ਹੋ ਗਏ, ਫਿਰ ਇਹਨਾਂ ਨੇ ਥੋੜੀ ਮੇਰੇ ਨਾਲ ਮਿਹਨਤ ਕਰਨੀ ਸ਼ੁਰੂ ਕੀਤੀ। ਫਿਰ ਉਸ ਤੋਂ ਬਾਅਦ ਅਸੀਂ ਆਪਣਾ ਘਰ-ਬਾਰ ਬਣਾਇਆ। 2500 ਰੁਪਏ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਲਿਆ, ਉਹਨਾਂ ਦੀ ਪੜ੍ਹਾਈ ਲਿਖਾਈ ਦੇਖੀ, ਉਹਨਾਂ ਦਾ ਖਾਣਾ ਪੀਣਾ ਵੇਖਿਆ, ਘਰ ਨੂੰ ਚਲਾਇਆ ਤੇ ਉਸ ਤੋਂ ਬਾਅਦ 'ਚ ਕਹਿ ਸਕਦੇ ਆ ਕਿ ਥੋੜੇ ਪੈਸੇ ਜੋੜ ਕੇ ਆਪਦਾ ਪਲਾਟ ਖਰੀਦਿਆ। ਹਾਂ, ਪਲਾਟ ਵਿੱਚ ਮੈਂ ਆਪਣੇ ਮੰਮੀ ਪਾਪਾ ਦੇ ਕੋਲ ਕਿਸੇ ਕੋਲ ਵੀ ਇੱਕ ਪੈਸਾ ਵੀ ਨਹੀਂ ਲਿਆ ਸੀਗਾ। ਇੰਨੀ ਹਿੰਮਤ ਮੈਮ ਕਿੱਥੋਂ ਆਉਂਦੀ?
ਕੀਤੀ? ਮੇਰੇ ਜੀਵਤ ਪਰਮੇਸ਼ਵਰ ਨੇ ਮੈਨੂੰ ਹਿੰਮਤ ਤਾਕਤ ਦਿੱਤੀ। ਠੀਕ ਹੈ ਨਾ, ਮੈਂ ਉਹਨੂੰ ਬਹੁਤ ਆਪਣੇ ਪਰਮੇਸ਼ਵਰ ਨੂੰ ਬਹੁਤ ਮੰਨਦੀ ਹਾਂ, ਉਹਦੇ ਤੇ ਬਹੁਤ ਭਰੋਸਾ ਰੱਖਦੀ ਹਾਂ, ਕਿਉਂਕਿ ਉਹ ਜੀਵਨ ਦੇਣ ਵਾਲਾ ਆ, ਉਹ ਸਾਥ ਦੇਣ ਵਾਲਾ ਹੈ। ਇੱਕ ਇਨਸਾਨ ਕਿਸੇ ਦਾ ਸਾਥ ਛੱਡ ਦਿੰਦਾ ਹੈ, ਲੇਕਿਨ ਇੱਕ ਜੀਵਤ ਪਰਮੇਸ਼ਵਰ ਕਿਸੇ ਦਾ ਸਾਥ ਨਹੀਂ ਛੱਡ ਦਿੰਦਾ। ਉਹ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ ਸਾਡੇ, ਕਿਉਂਕਿ ਉਹ ਬੇਸਹਾਰਿਆਂ ਦਾ ਸਹਾਰਾ ਹੈ, ਅਨਾਥਾਂ ਦਾ ਪਿਤਾ ਹੈ ਉਹ। ਠੀਕ ਹੈ ਨਾ ਮੈਮ, ਕਦੀ ਜਦੋਂ ਇੰਨਾ ਸੰਘਰਸ਼ ਕੀਤਾ ਜ਼ਿੰਦਗੀ 'ਚ, ਇੰਨੇ ਲੰਮੇ ਸਮੇਂ ਤੋਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ, ਮਹਿਸੂਸ ਹੁੰਦਾ ਕਿ ਜੇ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਹਨਾ ਤੇ ਕਿੰਨਾ ਸਹਾਰਾ ਲੱਗਦਾ, ਆਪਦਾ ਘਰ ਹੁੰਦਾ, ਇੰਨਾ ਸੰਘਰਸ਼ ਆ ਜਿਹੜਾ ਜ਼ਿੰਦਗੀ 'ਚ ਨਹੀਂ ਕਰਨਾ ਪੈਣਾ ਸੀ? ਬਿਲਕੁਲ ਸਹੀ ਹੈ, ਪਰ ਫਿਰ ਵੀ ਚਲੋ ਜੋ ਕਿਸਮਤ ਦੇ ਵਿੱਚ ਲਿਖਿਆ ਸੀ ਉਹਦੇ ਹੋਣਾ ਹੀ ਸੀ ਨਾ ਜੀ। ਹਿੰਮਤ ਨੂੰ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ ਹੈਗਾ, ਲੇਕਿਨ ਇੱਕ ਜੀਵਤ ਪਰਮੇਸ਼ਵਰ ਹੀ ਹੈ ਜੋ ਸਾਡੇ ਜੀਵਨਾਂ ਨੂੰ ਹਰ ਜਦੋਂ ਚੀਜ਼ ਨੂੰ। ਛੋਟੇ ਬੱਚੇ ਸੀਗੇ, ਜਦੋਂ ਉਹਨਾਂ ਨੇ ਨਹੀਂ ਕਦੀ ਸਵਾਲ ਕੀਤਾ ਕਿ ਸਾਡੇ ਨਹੀਂ, ਮੇਰੇ ਬੱਚੇ ਬਹੁਤ ਅੱਛੇ ਸਨ। ਮੇਰੇ ਬੱਚਿਆਂ ਨੇ ਮੈਨੂੰ ਕਦੀ ਵੀ ਤੰਗ ਨਹੀਂ ਕੀਤਾ ਸੀ। ਮੇਰੇ ਬੱਚਿਆਂ ਨੂੰ ਹਮੇਸ਼ਾ, ਅਗਰ ਮੇਰੇ ਕੋਲ ਨਹੀਂ ਸਬਜ਼ੀ ਵੀ ਹੁੰਦੀ ਸੀ, ਮੈਂ ਕਿਸੇ ਚੀਜ਼ ਦੇ ਨਾਲ, ਦੁੱਧ ਦੇ ਨਾਲ ਵੀ ਇਹਨਾਂ ਨੂੰ ਰੋਟੀ ਦੇ ਦਿੰਦੇ ਸੀ। ਕਦੀ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਸੀ ਕਿ ਮੰਮਾ ਅਸੀਂ ਦੁੱਧ ਦੇ ਨਾਲ ਰੋਟੀ ਨਹੀਂ ਖਾਣੀ, ਅਸੀਂ ਸਬਜ਼ੀ ਦੇ ਨਾਲ ਜੋ ਵੀ ਕੁਝ ਵੀ ਦਿੰਦੀ ਸੀ ਇਹਨਾਂ ਨੂੰ ਖਾ ਲੈਂਦੇ ਸੀ। ਕਦੀ ਮੇਰੇ ਬੱਚਿਆਂ ਨੇ ਮੈਨੂੰ ਕਿਸੇ ਵੀ ਚੀਜ਼ ਵੱਲੋਂ ਤੰਗ ਨਹੀਂ ਕੀਤਾ ਸੀ, ਲੇਕਿਨ ਅੱਜ ਵੀ ਮੇਰੇ ਬੱਚੇ ਮੇਰੇ ਨਾਲ ਸਾਥ ਦਿੰਦੇ ਨੇ ਜੀ, ਮੈਨੂੰ ਮੈਨੂੰ ਹਿੰਮਤ ਤਾਕਤ ਦਿੰਦੇ ਨੇ। ਮੇਰਾ ਕਿਸੇ ਦਾ ਵੀ ਸਾਥ ਨਹੀਂ, ਅੱਜ ਵੀ ਮੈਂ ਹਮੇਸ਼ਾ ਉੱਪਰ ਵਾਲੇ ਦਾ ਸਾਥ ਮੰਗਦੀ ਆ ਕਿ ਰੱਬਾ ਤੂੰ ਸਾਨੂੰ ਜ਼ਿੰਦਗੀ ਦਿੱਤੀ ਆ, ਸਾਨੂੰ ਸਾਥ ਵੀ ਦੇ। ਠੀਕ ਹੈ ਨਾ। ਤੁਸੀਂ ਇਹ ਜਿਹੜੀ ਰੇੜੀ ਲਗਾਈ ਆ, ਫਾਸਟ ਫੂਡ ਦਾ ਕੰਮ ਕਰਦੇ ਹੋ, ਖਾਣੇ ਦਾ ਕੰਮ ਕਰਦੇ ਹੋ, ਇਹ ਕਦੋਂ ਤੋਂ ਸਟਾਰਟ ਕੀਤਾ? ਇਹ 2020 ਦੇ ਵਿੱਚ ਜਦੋਂ ਲਾਕਡਾਊਨ ਖਤਮ ਹੋ ਗਿਆ ਸੀ, ਉਸ ਤੋਂ ਬਾਅਦ ਅਸੀਂ ਸ਼ੁਰੂ ਕੀ ਕੀਤੀ। ਕਾਰਨ ਰਿਹਾ? ਫਿਰ ਇਹ ਨੌਕਰੀ ਕਰਦਾ ਸੀ, ਇਹ ਨੌਕਰੀ ਵਿੱਚ ਮੈਂ ਕਿਹਾ ਕਿ ਕੱਲ ਨੂੰ ਇਹਦਾ ਵਿਆਹ ਸ਼ਾਦੀ ਕਰਨਾ ਹੈ, ਨੌਕਰੀ ਦੇ ਵਿੱਚ ਇਹਦੀ ਪੂਰੀ ਨਹੀਂ ਪਏਗੀ, ਕੱਲ ਨੂੰ ਇਹਦਾ ਪਰਿਵਾਰ ਵੀ, ਮੈਂ ਤੇ ਸਟਰਗਲ ਕੀਤਾ ਹੀ ਆ, ਕੱਲ ਨੂੰ ਇਹਦਾ ਪਰਿਵਾਰ ਇਹਨਾਂ ਨੂੰ ਸਟਰਗਲ ਨਹੀਂ ਕਰਨਾ ਪਏਗਾ। ਇਸ ਕਰਕੇ ਇਹਨੂੰ ਬੱਚੇ ਨੂੰ ਮੈਂ ਕਿਹਾ ਚਲੋ ਮੇਰੇ ਨਾਲ ਰਹੇਗਾ ਤੇ ਮੈਂ ਵੀ ਇਹਦੇ ਨਾਲ ਰਵਾਂਗੀ, ਤੇ ਕਮ ਸੇ ਕਮ ਅਸੀਂ ਮਾਂ ਬੱਚੇ ਜਿਹੜੇ ਆ, ਅਸੀਂ ਕਮ ਸੇ ਕਮ ਕੰਮ ਤੇ ਕਰ ਸਕਦੇ ਆ ਨਾ। ਅੱਜ ਜ਼ਿੰਦਗੀ ਤੋਂ ਸੰਤੁਸ਼ਟ ਹੋ? ਬਿਲਕੁਲ ਸੰਤੁਸ਼ਟ ਹੈ। ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਸਾਨੂੰ ਪਰੇਸ਼ਾਨੀ ਨਹੀਂ, ਅਸੀਂ ਉੱਪਰ ਵਾਲੇ ਦੀ ਮਦਦ ਮੰਗਦੇ ਹਾਂ, ਅਸੀਂ ਕਿਸੇ ਇਨਸਾਨ ਦੀ ਮਦਦ ਨਹੀਂ ਮੰਗਦੇ ਹੈਗੇ। ਸਿਰਫ ਉੱਪਰ ਵਾਲੇ ਦਾ ਸਾਨੂੰ ਸਾਥ ਚਾਹੀਦਾ, ਜਿਹਨੇ ਸਾਨੂੰ ਜੀਵਨ ਦਿੱਤਾ, ਜਿਹਨੇ ਸਾਨੂੰ ਇਸ ਸੰਸਾਰ ਦੇ ਵਿੱਚ ਕੱਲਿਆ, ਸਿਰਫ ਅਸੀਂ ਉਹਦੇ ਉੱਤੇ ਭਰੋਸਾ ਕਰਦੇ ਹਾਂ। ਇੰਨੇ ਸਾਲਾਂ ਦੀ ਮਿਹਨਤ ਨੇ ਕਿੰਨਾ ਕੁ ਸਟਰੋਂਗ ਬਣਾਤਾ ਤੁਹਾਨੂੰ? ਬਹੁਤ ਸਟਰੋਂਗ ਬਣਾ ਦਿੱਤਾ। ਅੱਜ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਸਾਨੂੰ ਡਰ ਨਹੀਂ ਹੁੰਦਾ ਕਿ ਅਸੀਂ ਪਰੇਸ਼ਾਨੀਆਂ ਵਿੱਚ ਕੋਈ ਪੈ ਜਾਵਾਂਗੇ ਤੇ ਸਾਡਾ ਕੋਈ ਗੱਲ ਨਹੀਂ ਚੱਲੇਗਾ। ਅਕਸਰ ਦੇਖਿਆ ਜਾਂਦਾ ਜਦੋਂ ਪਤੀ ਪਤਨੀ ਦੇ ਵਿੱਚ ਝਗੜੇ ਹੁੰਦੇ ਆ ਨਾ, ਪਤੀ ਨੂੰ ਲੱਗਦਾ ਹੁੰਦਾ ਕਿ ਜਿਹੜੀ ਪਤਨੀ ਆ ਉਹ ਬੱਚੇ ਨਹੀਂ ਪਾਲ ਸਕਦੀ, ਕੰਮ ਮੈਂ ਕਰਦਾ, ਕਮਾਨਾ ਮੈਂ ਵਾਂ, ਹੈ ਨਾ, ਕਿ ਮੈਂ ਬੱਚੇ ਪਾਲ ਸਕਦਾ ਵਾਂ। ਲੇਕਿਨ ਜਦੋਂ ਬਹੁਤ ਵਾਰ ਇੱਦੀ ਗੱਲ ਦੇਖੀ ਗਈ ਹੈ ਕਿ ਪਿਓ ਤੋਂ ਬੱਚੇ ਇੰਨੀ ਸੋਹਣੀ ਤਰ੍ਹਾਂ ਨਹੀਂ ਸਾਂਭ ਜਾਂਦੇ ਜਿੱਦਾਂ ਮਾਂ ਸਾਂਭ ਲੈਂਦੀ ਆ। ਮਾਂ ਹਰ ਤਰੀਕੇ ਨਾਲ ਸਟਰਗਲ ਕਰਕੇ ਸਾਂਭ ਲੈਂਦੀ ਆ। ਉਹ ਤੇ ਹੈ ਹੀ ਹੈ। ਫਿਰ ਕਿਉਂਕਿ ਇੱਕ ਮਾਂ ਜਿਹੜੀ ਉਹ ਆਪਣੇ ਬੱਚਿਆਂ ਨੂੰ ਨਹੀਂ ਪਾਲ ਸਕਦੀ ਤੇ ਕੌਣ ਪਾਲੇਗਾ? ਕਿਉਂਕਿ ਜਿਹਨੇ ਜਨਮ ਦਿੱਤਾ ਆਪਣੇ ਬੱਚਿਆਂ ਨੂੰ, ਉਹ ਤੇ ਆਪਣੇ ਮੂੰਹ ਵਿੱਚੋਂ ਹੀ ਕੱਢ ਕੇ ਬੱਚੇ ਦੇ ਮੂੰਹ ਵਿੱਚ ਖਾਣਾ ਪਾ ਕੇ ਉਹਦਾ ਪੇਟ ਭਰਦਾ ਹੈ। ਕੋਈ ਗੱਲ ਨਹੀਂ, ਮਾਂ ਦੀ ਨਹੀਂ ਪੇਟ ਭਰੇਗਾ, ਕੋਈ ਗੱਲ ਨਹੀਂ, ਇੱਕ ਬੱਚੇ ਦਾ ਪੇਟ ਤੇ ਭਰਦੀ ਹੈ ਨਾ, ਕਿਉਂਕਿ ਬੱਚੇ ਹੀ ਵੱਡੇ ਹੋ ਕੇ ਮਾਂ ਦਾ ਸਹਾਰਾ ਬਣਦੇ ਹਨ। ਤੁਹਾਨੂੰ ਜਦੋਂ 5-6 ਸਾਲ ਦੇ ਤੁਹਾਡੇ ਬੱਚੇ ਸੀਗੇ, ਹੈ ਨਾ, ਉਸ ਤੋਂ ਬਾਅਦ 'ਚ ਤੁਹਾਨੂੰ ਇਹ ਨਹੀਂ ਲੱਗਿਆ ਕਿ ਸ਼ਾਇਦ, ਹੈ ਨਾ, ਇੱਕ ਪਰਿਵਾਰ ਹੋਣਾ ਚਾਹੀਦਾ ਵਾ, ਮੈਨੂੰ ਸੈਕਿੰਡ ਮੈਰਿਜ ਕਰਵਾ ਲੈਣੀ ਚਾਹੀਦੀ ਆ? ਕਦੀ ਇੰਨੀ ਗੱਲ ਦਿਮਾਗ ਦੇ ਵਿੱਚ ਨਹੀਂ ਆਈ? ਕਦੀ ਨਹੀਂ ਇਸ ਦਿਮਾਗ 'ਚ ਆਈ, ਕਿਉਂਕਿ ਜੇ ਅਗਰ ਇੱਕ ਦੇ ਵਿੱਚੋਂ ਸਾਨੂੰ ਸੁੱਖ ਨਹੀਂ ਮਿਲਿਆ ਤੇ ਦੂਸਰੇ ਦੇ ਵਿੱਚ ਵੀ ਸਾਨੂੰ ਸੁੱਖ ਨਹੀਂ ਮਿਲੇਗਾ। ਠੀਕ ਹੈ ਨਾ। ਜੇ ਪਰਮੇਸ਼ਵਰ ਨੇ ਸਾਨੂੰ ਇੱਕ ਦੇ ਵਿੱਚੋਂ ਸੁੱਖ ਦੇਣਾ ਹੁੰਦਾ ਤਾਂ ਉਹਦੇ ਨਾਲ ਸਾਡੀ ਜ਼ਿੰਦਗੀ ਗੁਜ਼ਾਰਦਾ ਸਹੀ ਢੰਗ ਨਾਲ। ਕਿਉਂਕਿ ਅੱਜ ਕੱਲ ਦੇ ਜਿਹੜੇ ਸੈਕਿੰਡ ਮੈਰਿਜ ਕਰਵਾਉਂਦੇ ਨੇ, ਕੋਈ ਮਾਂ-ਬਾਪ ਦੇ ਵਿੱਚ ਉਹ ਨਹੀਂ ਹੁੰਦਾ ਹੈਗਾ, ਪਿਆਰ ਮੁਹੱਬਤ ਨਹੀਂ ਹੁੰਦਾ, ਔਰ ਬੱਚਿਆਂ ਨੂੰ ਕੋਈ ਕਿਸੇ ਦੇ ਨਾਲ ਕੋਈ ਪਰਵਰਿਸ਼ ਨਹੀਂ ਕਰਦੇ ਹੈਗੇ, ਕਿਉਂਕਿ ਹਰ ਇੱਕ ਮਾਂ, ਹਰ ਇੱਕ ਬਾਪ ਜਿਹੜਾ ਆਪਣੇ ਬੱਚਿਆਂ ਨੂੰ ਪਾਲਦਾ, ਕੋਈ ਦੂਸਰੇ ਦੇ ਬੱਚਿਆਂ ਨੂੰ ਨਹੀਂ ਪਾਲਦਾ ਹੈਗਾ। ਜੋ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਦੇ ਹੈਗੇ ਹਾਂ, ਕੋਈ ਦੂਸਰੀ ਮਾਂ ਨਹੀਂ ਕਰ ਸਕਦੀ ਹੈਗੀ, ਕੋਈ ਦੂਸਰਾ ਬਾਪ ਨਹੀਂ ਬੱਚਿਆਂ ਦੀ ਮਾਂ ਹੀ ਹੈ ਕਹਿੰਦੇ ਜਿਹੜੀ ਆਪਣੇ ਬੱਚਿਆਂ ਲਈ ਸਾਰੀ ਦੁਨੀਆ ਨਾਲ ਲੜ ਸਕਦੀ। ਬਿਲਕੁਲ ਸਹੀ ਹੈ। ਅੱਜ ਵੀ ਬੱਚਿਆਂ ਦੇ ਉੱਤੇ ਕੋਈ ਦੁੱਖ ਮੁਸੀਬਤ ਆਉਂਦਾ ਤੇ ਇੱਕ ਮਾਂ ਹੀ ਆਪਣੇ ਬੱਚਿਆਂ ਦੇ ਪਿੱਛੇ ਭੱਜਦੀ ਹੈ, ਕੋਈ ਦੂਸਰਾ ਨਹੀਂ ਭੱਜਦਾ ਹੈਗਾ। ਜੋ ਦੁੱਖ ਮਾਂ ਨੂੰ ਹੈ ਉਹ ਦੁੱਖ ਕਿਸੇ ਨੂੰ ਨਹੀਂ ਹੁੰਦਾ ਬੱਚਿਆਂ ਦੇ ਪਿੱਛੇ। ਜੀ, ਇਹ ਗੱਲ ਬੱਚੇ ਪੂਰਾ ਕਰਦੇ ਨੇ ਤੁਹਾਡਾ? ਬੱਚੇ ਜੋ ਤੁਸੀਂ ਸਟਰਗਲ ਕੀਤੀ ਆ ਉਹਦੀ ਕਦਰ ਕਰਦੇ ਨੇ? ਬਿਲਕੁਲ ਕਰਦੇ ਨੇ। ਕੀ ਕਹਿਣਾ ਚਾਹੋਗੇ ਉਹਨਾਂ ਔਰਤਾਂ ਨੂੰ ਜਿਹੜੀਆਂ ਬਹੁਤ ਜਲਦੀ, ਹੈ ਨਾ, ਹਾਰ ਮੰਨ ਜਾਂਦੀਆਂ ਨੇ? ਉਹਨਾਂ ਨੂੰ ਲੱਗਦਾ ਕਿ ਔਰਤਾਂ ਵਾਸਤੇ ਵੀ ਇੱਕ ਅਪੀਲ ਕਰਦੀ ਹਾਂ ਕਿ ਹਿੰਮਤ ਨਾ ਹਾਰੋ। ਠੀਕ ਹੈ ਨਾ। ਆਪਣੇ ਆਪ ਨੂੰ ਸਟਰੋਂਗ ਬਣਾਓ ਔਰ ਆਪਣੇ ਆਪ ਮਿਹਨਤ ਕਰਨੀ ਸਿੱਖੋ, ਕਿਉਂਕਿ ਸੰਸਾਰ ਦੇ ਵਿੱਚ ਅਸੀਂ ਆਏ ਹਾਂ ਤੇ ਆਪਣੇ ਆਪ ਨੂੰ ਕਦੀ ਵੀ ਕਮਜ਼ੋਰ ਨਹੀਂ ਸਮਝਣਾ ਹੈਗਾ। ਹਿੰਮਤ ਤਾਕਤ
ਜੇ ਆਦਮੀ ਅੱਗੇ ਵੱਧ ਸਕਦਾ ਆ, ਮਿਹਨਤ ਕਰ ਸਕਦਾ ਹੈ, ਤਾਂ ਔਰਤ ਅੱਜ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਔਰਤ ਵੀ ਹਿੰਮਤ ਤਾਕਤ ਕਰਕੇ ਆਪਣੀ ਜ਼ਿੰਦਗੀ ਵਿੱਚ ਸਟਰਗਲ ਕਰਕੇ ਅੱਗੇ ਬਹੁਤ ਵੱਧ ਸਕਦੀ ਆ। ਆਪਣੇ ਬੱਚਿਆਂ ਦਾ ਸਹੀ ਢੰਗ ਨਾਲ ਪਰਵਰਿਸ਼ ਕਰ ਸਕਦੀ ਆ, ਆਪਣੀ ਜ਼ਿੰਦਗੀ ਵਿੱਚ ਕੁਝ ਬਣ ਕੇ ਦਿਖਾ ਸਕਦੀ ਹੈ। ਜਿਵੇਂ ਮੈਂ ਸਭ ਨੂੰ ਕੁਝ ਬਣ ਕੇ ਦਿਖਾਇਆ, ਆਪਣੇ ਰਿਸ਼ਤੇਦਾਰਾਂ ਵਿੱਚ, ਆਪਣੇ ਸਮਾਜ ਦੇ ਵਿੱਚ ਸਭ ਨੂੰ ਨੀਵਾਂ ਕੀਤਾ ਕਿ ਹਾਂ ਜੀ ਇੱਕ ਔਰਤ ਬਹੁਤ ਕੁਝ ਕਰ ਸਕਦੀ ਹੈਗੀ ਆ। ਤੁਸੀਂ ਵੀ ਆਪਣੇ ਆਪ ਨੂੰ ਸਟਰੋਂਗ ਬਣਾਓ, ਮਿਹਨਤ ਕਰਨੀ ਸਿੱਖੋ, ਆਪਣੇ ਬੱਚਿਆਂ ਦੀ ਸਹੀ ਢੰਗ ਨਾਲ ਪਰਵਰਿਸ਼ ਕਰੋ, ਕਿਉਂਕਿ ਬੱਚੇ ਹੀ ਹਮੇਸ਼ਾ ਇੱਕ ਮਾਂ ਦਾ ਸਾਥ ਦਿੰਦੇ ਨੇ, ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਨਾ ਕੋਈ ਰਿਸ਼ਤੇਦਾਰ ਦਿੰਦਾ ਹੈ, ਨਾ ਕੋਈ ਭੈਣ ਭਰਾ ਦਿੰਦਾ ਹੈ। ਇੱਕ ਬੱਚੇ ਹੀ ਇੱਕ ਮਾਂ, ਆਪਣੀ ਮਾਂ ਦਾ ਸਾਥ ਦਿੰਦੇ ਨੇ, ਜੋ ਜੀਵਨ ਭਰ ਉਹਦੇ ਨਾਲ ਰਹਿੰਦੇ ਨੇ। ਜੀ, ਸੋ ਤੁਹਾਨੂੰ ਦਿਖਾਇਆ ਕਿ ਜਿਹੜੇ ਮੈਮ ਨੇ ਉਹਨਾਂ ਦੀ ਜਿਹੜੀ ਲਾਈਫ ਆ ਸਾਰੀ ਸਟਰਗਲ ਦੇ ਵਿੱਚ ਨਿਕਲ ਗਈ। ਪਹਿਲਾਂ ਪ੍ਰਾਈਵੇਟ ਜੌਬ ਕਰਦੇ ਰਹੇ, 2500 ਰੁਪਏ ਜਿਹੜੀ ਸੈਲਰੀ ਸੀ ਉਹਦੇ ਵਿੱਚੋਂ ਆਪਦਾ ਘਰ ਵੀ ਸੰਭਿਆ, ਬੱਚੇ ਵੀ ਪਾਲੇ ਤੇ ਆਪਦਾ ਖੁਦ ਦਾ ਘਰ ਬਣਾ ਕੇ ਬੈਠੇ ਹੋਏ ਨੇ, ਕੁੜੀ ਦਾ ਵਿਆਹ ਵੀ ਕਰ ਦਿੱਤਾ। ਇੰਨੀ ਸਟਰਗਲ ਆ ਜਿਹੜੀ ਕਿ ਮੈਮ ਨੇ ਕੀਤੀ ਆ। ਲੋਕਡਾਊਨ ਤੋਂ ਬਾਅਦ ਉਹਨਾਂ ਨੂੰ ਇਹ ਰੇਹੜੀ ਆ ਜਿਹੜੀ ਕਿ ਉਹ ਲਗਾਉਣੀ ਪਈ, ਇਹ ਵੀ ਸੋਚ ਕੇ ਕਿ ਜਿੱਦਾਂ ਮੈਂ ਸਟਰਗਲ ਕੀਤੀ ਆ, ਮੈਂ ਉਹਨਾਂ ਦੇ ਪੁੱਤ ਦਾ ਵਿਆਹ ਹੋਏਗਾ, ਨੂੰਹ ਆਏਗੀ, ਉਹਨੂੰ ਸਟਰਗਲ ਨਾ ਕਰਨੀ ਪਏ, ਉਹਦੇ ਕਰਕੇ ਰੇਹੜੀ ਵੀ ਹੈ ਜਿਹੜੀ ਲਗਾ ਲਈ, ਆਪਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਨੇ ਜਿਹੜੀ ਮਾਂ ਵਾ ਦੁਨੀਆ ਦੇ ਵਿੱਚ ਸਾਰਿਆਂ ਨਾਲ ਲੜ ਸਕਦੀ ਹੈ, ਪਰ ਆਪਦੇ ਬੱਚਿਆਂ ਤੇ ਕਦੀ ਦੁੱਖ ਨਹੀਂ ਆਉਣ ਦਿੰਦੀ। ਆਪਦੇ ਬੱਚਿਆਂ ਦੇ ਲਈ ਸਟਰਗਲ ਕੀਤਾ, ਸਾਰੀ ਜ਼ਿੰਦਗੀ ਸਟਰਗਲ ਕੀਤਾ ਤੇ ਅਜੇ ਵੀ ਉਸੇ ਤਰ੍ਹਾਂ ਸਟਰਗਲ ਆ ਜਿਹੜਾ ਕਿ ਕਰਦੇ ਪਏ ਆ। ਤੇ ਜਿਵੇਂ ਮੈਮ ਨੇ ਕਿਹਾ ਕਿ ਕਦੀ ਵੀ ਹੌਸਲਾ ਨਾ ਹਾਰੋ, ਹਿੰਮਤ ਰੱਖੋ ਤੇ ਲੜਦੇ ਰਹੋ ਜ਼ਿੰਦਗੀ ਦੇ ਨਾਲ। ਜਿਵੇਂ ਜਿਹੜੇ ਮਰਦ ਨੇ ਉਹ ਕੰਮ ਕਰਦੇ ਨੇ, ਕੰਮ ਕਰਕੇ ਕਮਾਉਂਦੇ ਨੇ, ਤੇ ਉਸੇ ਤਰ੍ਹਾਂ ਔਰਤ ਹੈ ਜਿਹੜੀ ਉਹ ਵੀ ਬਾਹਰ ਨਿਕਲ ਕੇ ਕਮਾ ਸਕਦੀ ਹੈ, ਤੇ ਕਮਾ ਕੇ ਤੁਸੀਂ ਆਪਦੇ ਬੱਚੇ ਆਪ ਪਾਲ ਸਕਦੇ ਹੋ। ਕਦੀ ਵੀ ਹਿੰਮਤ ਹੈ ਜਿਹੜੀ ਕਿ ਉਹ ਨਹੀਂ ਹਾਰਨੀ ਚਾਹੀਦੀ। ਕੈਮਰਾਮੈਨ ਆਕਾਸ਼ ਦੇ ਨਾਲ ਮੈਂ ਈਸ਼ਾ ਪ੍ਰੋ, ਪੰਜਾਬ, ਲੁਧਿਆਣਾ।